प्यारे दर्शकों, फास्टवे चैनल दे विच तुहाडा बड़ा स्वागत है। फास्टवे चैनल तुहानूं पता ही है नवे नवे प्रोग्राम लीकदा रहिंदा है। इसी तरह फास्टवे एक नवा प्रोग्राम इतिहासिक अमृतसर लैके तुहाडे अगे हाज़र होया है। इस प्रोग्राम के तहत असी महत्वपूर्ण स्मारक, धार्मिक स्थल अते संस्थानां बारे जानकारी देवांगे। दर्शकों, अज असी पुल मोरा जो कि इंडो पाक बॉर्डर ते अमृतसर तो 35 किलोमीटर दूर स्थित है। ਅੱਜ इस लड़ीवार प्रोग्राम ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੁਲ ਮੋਰਾ ਦੇ ਬਾਰੇ ਤੁਹਾਨੂੰ ਦੱਸਾਂਗੇ। ਆਓ ਪੁਲ ਮੋਰਾ ਬਾਰੇ ਜਾਣੀਏ। ਇੱਥੇ ਅਸੀਂ ਪਹੁੰਚੇ ਹਾਂ ਔਰ ਇਸ ਦੇ ਬਾਰੇ ਅਸੀਂ ਤੁਹਾਨੂੰ ਇਤਿਹਾਸਿਕ ਜਾਣਕਾਰੀ ਦੇਵਾਂਗੇ। ਪੁਲ ਮੋਰਾ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਔਰ ਇਸ ਨੂੰ ਬਣਾਉਣ ਦੇ ਪਿੱਛੇ ਇੱਕ ਬੜੀ ਦਿਲਚਸਪ ਦਾਸਤਾਨ ਛੁਪੀ ਹੈ ਜਿਸ ਦੇ ਬਾਰੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ। ਰਣਜੀਤ ਸਿੰਘ ਨੇ 1799 ਵਿੱਚ ਲਾਹੌਰ ਤੇ ਜਿੱਤ ਪ੍ਰਾਪਤ ਕੀਤੀ। ਲਾਹੌਰ ਨੂੰ ਜਿੱਤਣ ਦੇ ਬਾਅਦ ਉਹਦਾ ਅਕਸਰ ਅੰਮ੍ਰਿਤਸਰ ਆਣਾ ਜਾਣਾ ਬਣ ਗਿਆ। ਇਸ ਦੇ ਦੌਰਾਨ ਉਹ ਇਸ ਦੇ ਮੱਧ ਵਿੱਚ ਸਥਿਤ ਇੱਕ ਬਾਰਾਦਰੀ ਦੇ ਵਿੱਚ ਠਹਿਰਿਆ ਕਰਦਾ ਸੀ ਜੋ ਕਿ ਇੱਥੋਂ 5 ਮੀਲ ਦੂਰ ਹੈ। ਉਸੇ ਦੌਰਾਨ ਮੱਖਣਪੁਰ ਪਿੰਡ ਦੇ ਵਿੱਚ ਕੁਝ ਕਸ਼ਮੀਰ ਦੇ ਲੋਕ ਆ ਕੇ ਵਸੇ और उन्होंने नाल एक बड़ी खूबसूरत लड़की जिसकी उम्र 12-13 साल रही होएगी और बहुत अच्छा नचदी सी, जिसके ऊपर रणजीत सिंह की नज़र पिंड तनोचक के दौरान पई जदों उन्हें उसका नाच देखा। मोरा दियाँ अदावां, मोरा दा गल करन दा तरीका और मोरा दी खूबसूरती ने रणजीत सिंह का दिल मोह लिया और रणजीत सिंह उसनों अपना दिल दे बैठा। इस दे बारे अलीउद्दीन इतिहासकार अपने इबरतनामा दे विच लिखदा है कि रणजीत सिंह दे दिन तां लाहौर दे विच बीतदे पर रात मोरा दे कोल। मोरा अक्सर उसके दरबार आंदी और उसनूं अपना नाच दिखांदी सी। एक दिन रणजीत सिंह इंतज़ार कर रहा सी लेकिन मोरा ना आई। इंतज़ार दी कड़ियां वधदियां गईयां, इंतज़ार दी इंतहा हो गई लेकिन मोरा ना आई। रणजीत सिंह हर वक्त दरवाजे पर नज़र दिखाए देख रहा सी कि अचानक मोरा दे पैरां दी थाप उसनूं सुनाई दिती। पर है कि मोरा जिस वेले अंदर दाखिल हुई उसका रंग लाल होया पिया सी और उहदे हत्थ इक चांदी दी जुत्ती सी। रणजीत सिंह ने उसनूं पुछया की होया, देर क्यों हो गई? ते मोरा ने दसिया कि राह दे विच रावी नहर पैंदी है जिस दे विच उसकी जुत्ती डिग गई जिस कारण वो लेट हो गई। रणजीत सिंह ने उसे वक्त फरमान जारी किया कि उस जगह ते एक पुल बनाया जाए और इस प्रकार यह पुल मोरा होंद विच आया।
ਰਣਜੀਤ ਸਿੰਘ ਦਾ ਇਸ਼ਕ ਮੋਹਰਾਂ ਦੇ ਲਈ ਇੰਨਾ ਜ਼ਿਆਦਾ ਸੀ, ਮੋਹਰਾਂ ਦੇ ਇਸ਼ਕ ਵਿੱਚ ਡੁੱਬ ਗਿਆ। ਇਸ ਦਾ ਸਭ ਤੋਂ ਜ਼ਿਆਦਾ ਵਿਰੋਧ ਉਸ ਦੀ ਪਹਿਲੀ ਪਤਨੀ ਮਹਿਤਾਬ ਕੌਰ ਦੀ ਮਾਤਾ ਸਦਾ ਕੌਰ ਨੇ ਔਰ ਉਸ ਦੀ ਦੂਸਰੀ ਪਤਨੀ ਰਾਜ ਕੌਰ ਨੇ ਕੀਤਾ। ਲੇਕਿਨ ਰਣਜੀਤ ਸਿੰਘ ਨੇ ਕਿਸੇ ਦੀ ਨਾ ਸੁਣੀ ਔਰ ਆਪਣੀ ਮੁਹੱਬਤ ਦੇ ਨਾਲ ਉਹ ਦਿਨ ਰਾਤ ਰਹਿੰਦਾ ਰਿਹਾ, ਘੁੰਮਦਾ ਰਿਹਾ ਔਰ ਮੋਹਰਾਂ ਨੂੰ ਆਪਣੇ ਨਾਲ ਰੱਖਦਾ ਸੀ। ਮੋਹਰਾ ਬੜੀ ਖੂਬਸੂਰਤ ਸੀ। ਇਸ ਦੀ ਖੂਬਸੂਰਤੀ ਬਾਰੇ ਉਸ ਵਕਤ ਦੇ ਇਤਿਹਾਸਕਾਰ ਸੋਹਣ ਲਾਲ ਸੂਰੀ ਆਪਣੀ ਕਿਤਾਬ ਉਤਮਾਦੁਤ ਤਵਾਰੀਖ ਔਰ ਅਮਰਨਾਥ ਆਪਣੀ ਕਿਤਾਬ ਜੋ ਕਿ ਫਾਰਸੀ ਦੇ ਵਿੱਚ ਲਿਖੀ ਜ਼ਫਰਨਾਮਾ ਰਣਜੀਤ ਸਿੰਘ ਦੇ ਵਿੱਚ ਉਹ 3 ਪੰਨਿਆਂ ਦੇ ਵਿੱਚ ਮੋਹਰਾਂ ਦੀ ਖੂਬਸੂਰਤੀ ਨੂੰ ਬਿਆਨ ਕਰਦਾ ਹੈ। ਮੋਹਰਾ ਖੂਬਸੂਰਤ ਹੀ ਨਹੀਂ, ਇੱਕ ਤੀਵਰ ਬੁੱਧੀ ਵਾਲੀ ਲੜਕੀ ਸੀ ਜਿਸ ਨੇ ਰਣਜੀਤ ਸਿੰਘ ਦਾ ਦਿਲ ਜਿੱਤਿਆ ਸੀ। 1802 ਦੇ ਵਿੱਚ ਰਣਜੀਤ ਸਿੰਘ ਨੇ ਮੋਹਰਾਂ ਦੇ ਨਾਲ ਵਿਆਹ ਕਰਾ ਲਿਆ। ਇਸ ਤੋਂ ਪਹਿਲੇ ਉਸ ਦੀਆਂ 2 ਪਤਨੀਆਂ ਮਹਿਤਾਬ ਕੌਰ ਤੇ ਰਾਜ ਕੌਰ ਸਨ। ਰਣਜੀਤ ਸਿੰਘ ਨੇ ਜਦੋਂ ਵਿਆਹ ਕਰਾਇਆ ਤੇ ਉਸ ਦੀ ਮੁਖਾਲਫਤ ਹੋਈ ਬਹੁਤ ਜ਼ਿਆਦਾ। ਉਸ ਦੇ ਖਿਲਾਫ ਸਦਾ ਕੌਰ ਔਰ ਰਾਜ ਕੌਰ ਇਹਨਾਂ ਨੇ ਉਸ ਦੇ ਖਿਲਾਫ ਬੋਲਿਆ, ਲੇਕਿਨ ਰਣਜੀਤ ਸਿੰਘ ਨੇ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ। ਉਸਨੇ ਕਿਸ ਤਰ੍ਹਾਂ ਵਿਆਹ ਕਰਾਇਆ ਔਰ ਇਸ ਦਾ ਵਿਆਹ ਕਿਸ ਤਰ੍ਹਾਂ ਹੋਇਆ, ਇਸ ਦੀ ਵੀ ਇੱਕ ਵੱਖਰੀ ਦਾਸਤਾਨ ਹੈ। ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿਖੇ ਸ਼ਰੀਫਪੁਰੇ ਕੋਲ ਇਸ ਦੇ ਪਰਿਵਾਰ ਨੂੰ ਠਹਿਰਾਇਆ ਔਰ ਉੱਥੇ ਇੱਕ ਵਪਾਰੀ ਦੇ ਕੋਲ ਉਸ ਦੀ ਹਵੇਲੀ ਦੇ ਵਿੱਚ ਮੁਸਲਿਮ ਤਰੀਕੇ ਦੇ ਨਾਲ ਇਸ ਦੇ ਨਾਲ ਵਿਆਹ ਰਚਾਇਆ। ਮੋਹਰਾਂ ਨਾਲ ਵਿਆਹ ਦੀ ਸ਼ਿਕਾਇਤ ਅਕਾਲ ਤਖਤ ਪੁੱਜੀ ਔਰ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਹਾਜ਼ਰ ਹੋਣ ਲਈ ਕਿਹਾ। ਮਹਾਰਾਜਾ ਹਾਜ਼ਰ ਹੋਏ ਔਰ ਉਹਨਾਂ ਨੇ ਅਕਾਲ ਤਖਤ ਵੱਲੋਂ ਦਿੱਤੀ ਗਈ 100 ਕੋੜਿਆਂ ਦੀ ਸਜ਼ਾ ਕਬੂਲ ਕਰ ਲਈ ਔਰ ਆਪਣੀ ਕਮੀਜ਼ ਉਤਾਰ ਦਿੱਤੀ। ਲੇਕਿਨ ਉੱਥੇ ਬੈਠੇ ਸੰਗਤ ਨੇ ਇਸ ਗੱਲ ਦਾ ਬੁਰਾ ਮੰਨਿਆ ਅਤੇ ਇਸ ਪ੍ਰਕਾਰ ਇੱਕ ਰਸਮੀ ਕੋੜਾ ਲਗਾ ਕੇ ਰਣਜੀਤ ਸਿੰਘ ਜੀ ਨੂੰ ਛੱਡ ਦਿੱਤਾ ਗਿਆ ਔਰ ਇਸ ਪ੍ਰਕਾਰ ਰਣਜੀਤ ਸਿੰਘ ਮੋਹਰਾਂ ਨੂੰ ਲੈ ਕੇ ਆਪਣੇ ਲਾਹੌਰ ਵਾਪਸ ਆ ਗਏ। ਮਹਾਰਾਜਾ ਰਣਜੀਤ ਸਿੰਘ ਜੀ ਦਾ ਮੋਹਰਾਂ ਨਾਲ ਵਿਆਹ ਸਦਾ ਕੌਰ ਨੂੰ ਰਾਸ ਨਾ ਆਇਆ ਔਰ ਉਸਨੇ ਉਸ ਦੇ ਖਿਲਾਫ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਔਰ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕੀਤਾ, ਜਿਸ ਦੇ ਨਤੀਜੇ ਵਜੋਂ ਰਣਜੀਤ ਸਿੰਘ ਨੇ ਉਸ ਦੀ ਇਲਾਕੇ 3 ਇਲਾਕੇ ਬਟਾਲਾ, ਮਕੇਰੀਆਂ ਤੇ ਅਟਲਗੜ੍ਹ ਉਸ ਤੋਂ ਵਾਪਸ ਲੈ ਲਏ। ਮਹਿਤਾਬ ਕੌਰ ਨਾਰਾਜ਼ ਹੋ ਕੇ ਆਪਣੀ ਮਾਂ ਕੋਲ ਚਲੇ ਗਈ। ਰਣਜੀਤ ਸਿੰਘ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ। ਮਹਿਤਾਬ ਕੌਰ ਦੇ 2 ਬੱਚੇ ਹੀਰਾ ਸਿੰਘ ਤੇ ਤਾਰਾ ਸਿੰਘ ਦੋਨਾਂ ਬੱਚਿਆਂ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ। ਕਹਿਣ ਦਾ ਭਾਵ ਇਹ ਹੈ ਕਿ ਉਹ ਆਪਣੀ ਜਿੱਦ ਤੇ ਅਡਿੱਗ ਰਿਹਾ ਔਰ ਉਸਨੇ ਮੋਹਰਾਂ ਦੇ ਨਾਲ ਮੁਹੱਬਤ ਜਿਹੜੀ ਸੀ ਉਸ ਨੂੰ ਕਾਇਮ ਰੱਖਿਆ। ਮੇਹਰ ਮੋਖਮਦੀਨ ਨੇ ਜਿਸ ਨੇ ਰਣਜੀਤ ਸਿੰਘ ਨੂੰ ਲਾਹੌਰ ਜਿੱਤਣ 'ਚ ਮਦਦ ਕਰਾਈ ਸੀ, ਉਸਨੇ ਵੀ ਰਣਜੀਤ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਰਣਜੀਤ ਸਿੰਘ ਨੇ ਉਸ ਦੀ ਗੱਲ ਦਾ ਬੁਰਾ ਮੰਨਿਆ ਔਰ ਉਸ ਨੂੰ ਦਿੱਤਾ ਹੋਇਆ ਟਾਈਟਲ ਬਾਬਾ ਜੀ ਵਾਪਸ ਲੈ ਲਿਆ ਔਰ ਉਸ ਨੂੰ 10,000 ਦਾ ਫਾਈਨ ਲਗਾ ਦਿੱਤਾ। ਨਾ ਦੇਣ ਤੇ ਉਸ ਨੂੰ ਜੇਲ੍ਹ ਪਾ ਦਿੱਤਾ ਗਿਆ। ਬਾਅਦ ਵਿੱਚ ਪੈਸੇ ਇਕੱਠੇ ਕਰਕੇ ਉਸਨੇ ਆਪਣੀ ਜਾਨ ਬਚਾਈ। ਕਹਿਣ ਦਾ ਭਾਵ ਹੈ ਰਣਜੀਤ ਸਿੰਘ ਰਾਜਨੀਤਿਕ ਤੌਰ ਤੇ ਅਤੇ ਆਪਣੇ ਨਿੱਜੀ ਮਾਮਲੇ ਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦਾ ਸੀ ਔਰ ਉਸਨੇ ਇਹ ਦੱਸ ਦਿੱਤਾ। ਇੱਕ ਗੱਲ ਹੋਰ ਵੀ ਹੈ, ਸਦਾ ਕੌਰ ਦੀ ਮਦਦ ਨਾਲ ਉਸਨੇ ਲਾਹੌਰ ਜਿੱਤਿਆ ਸੀ ਔਰ ਸਦਾ ਕੌਰ ਉਸਦੇ ਤੇ ਰੂਪ ਚਲਾਉਂਦੀ ਸੀ। ਰਣਜੀਤ ਸਿੰਘ ਸ਼ਾਇਦ ਆਪਣੀ ਆਜ਼ਾਦੀ ਦੱਸਣਾ ਚਾਹੁੰਦਾ ਸੀ ਕਿ ਉਹ ਕਿਸੇ ਦੇ ਅਧੀਨ ਨਹੀਂ ਹੈ, ਇਸ ਲਈ ਉਸਨੇ ਸਦਾ ਕੌਰ ਦੀ ਗੱਲ ਮੰਨਣ ਤੋਂ ਔਰ ਉਸ ਨੂੰ ਨਜ਼ਰਅੰਦਾਜ਼ ਕੀਤਾ। ਲੇਕਿਨ ਜਿਸ ਤਰ੍ਹਾਂ ਵਕਤ ਬੀਤਦਾ ਗਿਆ 1808 ਦੇ ਵਿੱਚ ਜਿਸ ਵਕਤ ਅੰਗਰੇਜ਼ਾਂ ਨੇ ਆਪਣੇ ਮਿਸ਼ਨ ਪੰਜਾਬ ਵਿੱਚ ਭੇਜੇ ਕਿਉਂਕਿ ਨੈਪੋਲੀਅਨ ਦੇ ਹਮਲੇ ਦਾ ਖਤਰਾ ਸੀ, ਤੇ ਉਸ ਵਕਤ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਸਦਾ ਕੌਰ ਅੰਗਰੇਜ਼ਾਂ ਨਾਲ ਸਾਂਠ-ਗਾਂਠ ਕਰ ਰਹੀ ਹੈ। ਉਸ ਵਕਤ ਕੈਪਟਨ ਮੈਥਿਊ ਪੰਜਾਬ ਵਿੱਚ ਆਇਆ ਸੀ, ਉਹ ਸਦਾ ਕੌਰ ਨੂੰ ਮਿਲਿਆ। ਰਣਜੀਤ ਸਿੰਘ ਨੇ ਰਾਜਨੀਤਿਕ
दूरदृष्टि दिखाते हुए सदा कौर नाल अपने संबंध दोबारा बना लए और उसके नाल मिल के रहन लग पिया। महताब कौर नूं भी लै आया और दोवें हरिद्वार भी गए। लेकिन इस दौरान सदा कौर उसके खिलाफ साजिश रचदी रही। इसके बारे कैप्टन मैथ्यू ਅਤੇ ਮਟਕਾਫ दोनों लिखते हैं कि रणजीत सिंह की सब तो वड्डी दुश्मन सदा कौर ते महताब कौर सन। अकबर के बेटे सलीम ने अनारकली नाल मुहब्बत की, लेकिन वो परवान ना चढ़ सकी क्योंकि सलीम बादशाह नहीं सी। इसी तरह रणजीत सिंह मोरा नाल मुहब्बत करता और अड़चना इसके राह च भी बड़ियां आंदियां ने, लेकिन महाराजा रणजीत सिंह बादशाह सी और बादशाह जो ठान ले उसनू वो परवान करदा सी और उसने कर दिखाया। मोरा नाल उसका इन्ना इश्क कि रणजीत सिंह ने एड्डी देर 40 साल के करीब राज किया, लेकिन अपने नां दा एक भी सिक्का जारी ना किया। लेकिन उसने मोरा के नां दे 2 सिक्के जारी किए, अरसी वाला सिक्का ते मोरा वाला सिक्का। मोरा अक्सर उसनू सलाह दिया करती सी। मोरा घोड़े ते रणजीत सिंह दे नाल बैठ के जाया करती सी। बाजीराव दी मस्तानी वखरे घोड़े ते आंदी सी, लेकिन मोरा पहली औरत सी जिसके नां दे रणजीत सिंह ने सिक्के कढ़े। ताज महल तां नहीं, लेकिन पुल मोरा उसकी याद दे विच, उसके नां दे लई, उसकी जरूरत दे लई बनाया। अज असी पुल मोरा ते खड़े हाँ। आओ इसका दृश्य देखिए। एक खूबसूरत मंजर, ये मंदिर है शिवा दा मंदिर, जिसनों रणजीत सिंह ने मोरा दे लई बनवाया। मन्निया जाता है मोरा इस पुल दे उत्ते इत्थे रणजीत सिंह आके अपनी बैठक लगांदा सी और उसके सामने नाच करया करती सी। लेकिन जदों वो रानी बन गई उसके बाद उसने ये जगह ते नाच नहीं किया। रणजीत सिंह ने लाहौर दे पापड़ मंडी बाजार दे विच मोरां दे लई एक हवेली बनवाई, जिहड़ी अज भी उत्थे मौजूद है और तवायफ दी हवेली मोरां दी हवेली दे नाम नाल जानी जाती है। मोरा दे कहण ते रणजीत सिंह ने उत्थे एक मस्जिद भी बनाई जिथे मोरा अक्सर आके बैठती सी। रणजीत सिंह दी मृत्यु दे बाद मोरा ने अपने आप नूं धार्मिक कम्मां च उलझा लिया और उसके बाद उसनूं माई मोरा दे नाम नाल पुकारन लग पए। ये सी मोरा दी दास्तान। कुछ इतिहासकार मनते ने कि 1811 के बाद मोरा पठानकोट चली गई और उत्थे ही लैन लग पई। ह्यूगल ने मोरा नूं पठानकोट विच 1835 के कोल देखिया। कुछ इतिहासकार मनते ने कि मोरा अपने हवेली दे विच ही रहिंदी सी और उत्थे ही उसका अंत होया। लेकिन एक गल है कि मोरा ने पंजाब के इतिहास एक वड्डी छाप छड्डी, लेकिन राजनीतिक इतिहास के विच इहदा किते भी कोई जिक्र नहीं आता। लेकिन रणजीत सिंह के दिल के इतिहास विच इसका जरूर जिक्र आता है। फास्ट वे तुहाडे दर्शकों का बहुत धन्यवाद करता है जिन्हां ने इस दास्तान नूं सुनिया और देखा। ये भी मुहब्बत की दास्तान है जो रणजीत सिंह ने पंजाब के इतिहास विच लिखी और अमृतसर इसका इतिहासिक स्थल बने। पुल मोरा तो 50 गज की दूरी ते एक शहीदी स्मारक देखा जा सकता है।
ਇਹ ਉਹ ਸਮਾਰਕ ਹੈ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ 1947 ਵਿੱਚ ਹੋਈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਇਸ ਪਿੰਡ ਨੂੰ ਹੋਇਆ, ਜੋ ਕਿ ਪਹਿਲੇ ਉੱਥੇ ਖੁਸ਼ਹਾਲ ਕਸਬਾ ਬਣ ਚੁੱਕਾ ਸੀ ਔਰ ਵਪਾਰ ਦਾ ਬੜਾ ਕੇਂਦਰ ਸੀ। ਲੇਕਿਨ ਇੱਥੇ ਬੜਾ ਕਤਲੇਆਮ ਹੋਇਆ, ਲੋਕੀ ਇਹ ਘਰ-ਬਾਰ ਛੱਡ ਕੇ ਦੌੜ ਗਏ। 1965 ਦੇ ਜੰਗ ਦੇ ਵਿੱਚ ਵੀ ਇਹ ਪੁਲ ਜਿਹੜਾ ਸੀ ਔਰ 1971 ਦੀ ਜੰਗ ਦੇ ਵਿੱਚ ਵੀ ਮੋਰਾ ਪੁਲ ਜਿਹੜਾ ਇਹ ਪਾਕਿਸਤਾਨ ਦੇ ਕਬਜ਼ੇ ਤੇ ਆ ਗਿਆ। 71 ਦੇ ਵਿੱਚ ਇਸ ਤੋਂ ਪਹਿਲਾਂ ਕਿ ਸੀਜ਼ਫਾਇਰ ਹੁੰਦਾ, ਸਾਡੇ ਜਵਾਨਾਂ ਨੇ, ਜਿਨ੍ਹਾਂ ਦੀ ਕੁੱਲ ਗਿਣਤੀ 9 ਸੀ, ਸਭ ਤੋਂ ਅੱਗੇ ਲੱਗਾ ਪਸ਼ੌਰਾ ਸਿੰਘ। ਉਸਨੇ ਹੱਲਾਸ਼ੇਰੀ ਕਰਕੇ ਪਾਕਿਸਤਾਨੀ ਫੌਜਾਂ ਨੂੰ, ਜਿਹੜੀ ਮਸ਼ੀਨ ਗਨ ਚਲਾ ਰਿਹਾ ਸੀ, ਨਿਹੱਥੇ ਨੇ ਉਸ 'ਤੇ ਹੱਥ ਪਾ ਲਿਆ ਔਰ ਜੱਫਾ ਪਾ ਲਿਆ ਔਰ ਉਹਨੂੰ ਢਾਹ ਲਿਆ। ਆਪੇ ਮਾਰਿਆ ਗਿਆ ਔਰ ਉਸ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਦਿੱਤਾ ਗਿਆ। ਉਸ ਦੇ ਨਾਲ ਜਿਹੜੇ ਜਵਾਨ 8 ਸ਼ਹੀਦ ਹੋਏ, ਉਹਨਾਂ ਦੀ ਸਮਾਰਕ ਔਰ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਰਕ ਬਣਾਇਆ ਗਿਆ ਹੈ। ਮੇਰੇ ਨਾਲ ਬੈਠੇ ਨੇ ਸ਼੍ਰੀ ਕੇਵਲ ਧਾਲੀਵਾਲ ਜੀ, ਜੋ ਅੰਮ੍ਰਿਤਸਰ ਦੀ ਜਾਨੀ ਮਾਨੀ ਇੱਕ ਹਸਤੀ ਨੇ, ਥੀਏਟਰ ਦੇ ਬਹੁਤ ਅੱਛੇ ਡਾਇਰੈਕਟਰ, ਪ੍ਰੋਡਿਊਸਰ ਔਰ ਕਈ ਕਿਤਾਬਾਂ ਦੇ ਰਾਈਟਰ, 50 ਤੋਂ ਉੱਤੇ ਕਿਤਾਬਾਂ ਲਿਖ ਚੁੱਕੇ ਨੇ। ਅੱਜ ਸਾਡੇ ਨਾਲ ਇਹ ਪੁਲ ਮੋਰਾ ਬਾਰੇ ਗੱਲ ਕਰਨਗੇ। ਮੋਰਾ ਜੋ ਮਹਾਰਾਜਾ ਰਣਜੀਤ ਸਿੰਘ ਦੀ ਤੀਸਰੀ ਰਾਣੀ ਬਣੀ, ਇਹਨਾਂ ਦੇ ਉੱਤੇ ਇਹਨਾਂ ਨੇ ਇੱਕ ਨਾਟਕ ਪੇਸ਼ ਕੀਤਾ ਸੀ। ਆਓ ਇਹਨਾਂ ਕੋਲ ਉਸ ਦੇ ਬਾਰੇ ਥੋੜ੍ਹਾ ਜਿਹਾ ਜਾਣੀਏ। ਮੋਰਾ ਸਰਕਾਰ ਬਾਰੇ ਜਾਂ ਪੁਲ ਮੋਰਾ ਬਾਰੇ ਮੈਂ 2007 ਦੇ ਵਿੱਚ ਨਾਟਕ ਖੇਡਿਆ ਸੀਗਾ, ਮਨਵੀਨ ਸੰਧੂ ਹੋਰਾਂ ਨੇ ਲਿਖਿਆ ਸੀ। ਅਸੀਂ ਇੱਕ ਥੀਏਟਰ ਵਰਕਸ਼ਾਪ ਦੇ ਦੌਰਾਨ ਤਿਆਰ ਕੀਤਾ ਸੀ ਔਰ ਕਾਫੀ ਹਿਸਟਰੀ ਦੀ ਜਿਹੜੀ ਕਿ ਰਿਸਰਚ ਕਰਨ ਤੋਂ ਬਾਅਦ ਸਾਨੂੰ ਕੀ ਸੀਗਾ ਕਿ ਹਮੇਸ਼ਾ ਲੋਕ ਜਿਹੜੇ ਉੱਥੇ ਜਾਂਦੇ ਨੇ, ਬੜੀ ਹਿਸਟੋਰੀਕਲ ਜਗ੍ਹਾ ਹੈ, ਬੜੀ ਅਹਿਮ ਜਗ੍ਹਾ ਹੈ ਅੰਮ੍ਰਿਤਸਰ ਦੇ ਵਿੱਚ, ਔਰ ਉਸ ਜਗ੍ਹਾ ਨੂੰ ਜਿਹੜਾ ਕਿ ਪੁਲ ਕੰਜਰੀ ਕਰਕੇ ਬੁਲਾਇਆ ਜਾਂਦਾ, ਜਿਹੜੇ ਕਿ ਬਹੁਤ ਚੰਗਾ ਨਹੀਂ ਲੱਗਦਾ ਸੁਣਨ ਦੇ ਵਿੱਚ, ਜਦੋਂ ਕਿ ਇਹ ਇੱਕ ਇਤਿਹਾਸਕ ਗੱਲ ਹੈ ਕਿ ਉਸ ਜਗ੍ਹਾ ਦੇ ਉੱਤੇ, ਜਿਹਦੇ ਉੱਤੇ ਇੱਕ ਪਹਿਲਾਂ ਕਿਹਾ ਜਾਂਦਾ ਸੀ ਕਿ ਉੱਥੇ ਇੱਕ ਬੜਾ ਵੱਡਾ ਬਾਜ਼ਾਰ, ਬੜਾ ਵੱਡਾ ਪਿੰਡ, ਬੜਾ ਵੱਡਾ ਕਸਬਾ ਸੀਗਾ ਉਸ ਇਲਾਕੇ ਦੇ ਵਿੱਚ, ਜਿੱਥੇ ਕਿ ਹੁਣ ਸਿਰਫ ਇੱਕ ਪੁਲ ਰਹਿ ਗਿਆ ਵਾ ਔਰ ਇੱਕ ਯਾਦਗਾਰ ਹੈ। ਔਰ ਉਸ ਜਗ੍ਹਾ ਦੇ ਉੱਤੇ ਇੱਕ ਤਹਿਜ਼ੀਬ ਪਨਪੀ, ਇੱਕ ਉਸ ਜਗ੍ਹਾ ਦੇ ਉੱਤੇ ਜਿਹੜਾ ਕਿ ਪਿਆਰ ਦਾ, ਸਤਿਕਾਰ ਦਾ ਪੁਲ ਬਣਿਆ। ਔਰ ਉਸ ਪਿਆਰ ਤੇ ਸਤਿਕਾਰ ਦੇ ਪੁਲ ਨੂੰ ਹੀ ਅਸੀਂ ਕਹਿ ਲਓ ਕਿ ਜਿਹੜੇ ਵਕਤ ਨੇ ਇੱਕ ਜ਼ਖਮ ਦਿੱਤੇ ਦੋਵਾਂ ਮੁਲਕਾਂ ਦੇ ਵਿੱਚ, ਅਸੀਂ ਜਸਟ ਇੱਕ ਜ਼ਖਮਾਂ ਦੇ ਉੱਤੇ ਮਰਹਮ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਪਿਆਰ ਨੂੰ, ਉਸ ਸਤਿਕਾਰ ਨੂੰ, ਉਸ ਇਤਿਹਾਸ ਨੂੰ ਜਿਹੜਾ ਕਿ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰ ਸਕੀਏ। ਸੋ ਅਸੀਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਲਾਈਫ ਦਾ ਉਹ ਐਪੀਸੋਡ ਜਿਹਦੇ ਵਿੱਚ ਉਹਨਾਂ ਦਾ ਪਿਆਰ ਪ੍ਰਵਾਨ ਚੜਿਆ ਔਰ ਮੋਰਾ ਤੀਸਰੀ ਰਾਣੀ ਦੇ ਰੂਪ ਦੇ ਵਿੱਚ ਪ੍ਰਵਾਨ ਚੜੀ, ਔਰ ਉਸ ਪੀਰੀਅਡ ਨੂੰ ਅਸੀਂ ਬਹੁਤ ਵੱਡੀ ਕਾਸਟ ਦੇ ਨਾਲ, ਲਗਭਗ 40 ਕਲਾਕਾਰ ਸੀ ਉਸ ਨਾਟਕ ਦੇ ਵਿੱਚ, ਜਿਹਦੇ ਵਿੱਚ ਅਸੀਂ ਸਾਰਾ ਹੀ ਸੂਫੀਆਨਾ ਸੰਗੀਤ ਪੇਸ਼ ਕੀਤਾ ਸੀਗਾ। ਡਾਕਟਰ ਇੰਦਰਜੀਤ ਗੋਗਵਾਣੀ ਉਹਨਾਂ ਨੇ ਇਸ ਨਾਟਕ ਦੇ ਗੀਤ ਵੀ ਲਿਖੇ ਸੀ, ਮੇਰੀ ਨਿਰਦੇਸ਼ਨਾ ਸੀ, ਡਿਜ਼ਾਈਨ ਸੀ, ਔਰ ਕਮਾਲ ਦੇ ਅਦਾਕਾਰ ਸੀ ਇਸ ਨਾਟਕ ਦੇ ਵਿੱਚ, ਜਿਹੜੇ ਕਿ ਇਸ ਵੇਲੇ ਕਹਿ ਲਓ ਕਿ ਪੰਜਾਬੀ ਫਿਲਮਾਂ ਦੇ ਬਹੁਤ ਹੀ ਬਿਹਤਰੀਨ ਅਦਾਕਾਰਾਂ ਦੇ ਵਿੱਚੋਂ ਗਿਣੇ ਜਾਂਦੇ ਨੇ। ਉਹਨਾਂ ਨੇ ਉਸ ਵੇਲੇ ਇਸ ਨਾਟਕ ਦੇ ਵਿੱਚ ਕੰਮ ਕੀਤਾ ਸੀਗਾ। ਅਸੀਂ ਉਸ ਇਤਿਹਾਸ ਨੂੰ, ਉਸ ਪੁਲ ਨੂੰ ਬਿਲਕੁਲ ਪੁਲ ਦੀ ਤਰ੍ਹਾਂ ਹੀ ਪੇਸ਼ ਕੀਤਾ, ਔਰ ਉਸ ਪੁਲ ਦੇ ਉੱਤੇ ਔਰ ਖਾਸ ਤੌਰ ਤੇ ਉਹ ਕੀ ਕਾਰਨ ਸੀਗੇ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਹੋਰੀ ਮੋਰਾ ਦੇ ਉਸ ਸੰਗੀਤ ਦੇ ਉੱਤੇ, ਉਸ ਦੇ ਨਾਚ ਦੇ ਉੱਤੇ ਉਸ ਤੋਂ ਪ੍ਰਭਾਵਿਤ ਹੋਏ। ਔਰ ਅਸੀਂ ਜਦੋਂ ਮੋਰਾ ਦਾ ਨਾਚ ਵੀ ਪੇਸ਼ ਕੀਤਾ ਉਸ ਦੇ ਵਿੱਚ, ਤੇ ਉਸ ਨੂੰ ਵੀ ਬਹੁਤ ਹੀ ਐਸਥੈਟਿਕਲੀ ਅਸੀਂ ਪੇਸ਼ ਕੀਤਾ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਵਰਗੀ ਹਸਤੀ ਜਿਹੜੀ ਕਿ ਉਹ ਕਿਸੇ ਹਾਰੀ ਸਾਰੀ ਉਹ ਜੇ ਨ੍ਰਿਤ ਦੇ ਉੱਤੇ ਉਹ ਭਾਵੁਕ ਹੋਣ ਵਾਲੇ ਨਹੀਂ ਸੀਗੇ, ਉਹ ਕਿਸੇ ਹਾਰੀ ਸਾਰੀ ਜਾਂ ਐਵੇਂ ਜੇ ਹੁਸਨ ਦੇ ਉੱਤੇ ਭਾਵੁਕ ਹੋਣ ਵਾਲੇ ਨਹੀਂ ਸੀ। ਉਹਨਾਂ ਨੂੰ ਲੱਗਾ ਕਿ ਇਸ ਔਰਤ ਦੇ ਵਿੱਚ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਆਪਣਾਪਨ ਹੈ, ਕੋਈ ਪਿਆਰ ਦੀ ਲਲਕ ਹੈ, ਕੋਈ ਝਲਕ ਹੈ, ਔਰ ਉਸ ਲਲਕ ਤੇ ਝਲਕ ਨੂੰ ਜਿਹੜਾ ਕਿ ਉਹਨਾਂ ਨੂੰ ਅਸੀਂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਔਰ ਉਸ ਇਤਿਹਾਸ ਦੇ ਨਾਲ ਤੁਰਦਿਆਂ ਅਸੀਂ ਉਹਨਾਂ ਸਮਿਆਂ ਦੀ ਜਿਹੜੀ ਰਾਜਨੀਤੀ ਸੀ ਕਿ ਕਿਹੜੇ ਕਾਰਨ ਸੀਗੇ ਕਿ ਮੋਰਾ ਨੂੰ ਉੱਥੋਂ ਆਪਣੀ ਜਗ੍ਹਾ ਜਿਹੜੀ ਕਿ ਜਦੋਂ 1813 ਦੇ ਲਗਭਗ ਇੱਥੋਂ ਛੱਡ ਕੇ ਸਾਰਾ ਕੁਝ ਜਾਣਾ ਪੈਂਦਾ, ਔਰ ਅਖੀਰਲਾ ਸਮਾਂ ਉਹਦਾ ਬਹੁਤ ਵਾਰੀ
ਕਿਹਾ ਜਾਂਦਾ ਕਿ ਪਤਾ ਨਹੀਂ ਸੀ ਲੱਗਦਾ। ਬਾਕੀ ਕਿਉਂਕਿ ਇਹਦੇ ਉੱਤੇ ਡਾਕੂਮੈਂਟਰੀ ਬਣ ਰਹੀ ਹੈ ਔਰ ਸਾਡੇ ਇਤਿਹਾਸਕਾਰ ਵਿਸ਼ਵ ਬੰਧੂ ਸਰ ਜਿਹੜੇ ਜਿਨ੍ਹਾਂ ਨੇ ਬਹੁਤ ਖੋਜ ਕੀਤੀ ਹੈ, ਉਹਨਾਂ ਨੇ ਨਵੇਂ ਸਿਰਿਓਂ ਖੋਜ ਕੀਤੀ ਹੈ, ਕਈ ਕੁਝ ਪੇਸ਼ ਕਰ ਰਹੇ ਨੇ। ਪਰ ਉਹਨਾਂ ਸਮਿਆਂ ਦੇ ਵਿੱਚ ਅਸੀਂ ਉਹਨੂੰ ਬਹੁਤ ਹੀ ਡਰਾਮੈਟਿਕ ਰੂਪ ਦੇ ਵਿੱਚ ਇਸ ਤਰ੍ਹਾਂ ਖਤਮ ਕੀਤਾ ਸੀ ਕਿ ਜਿਵੇਂ ਤੁਰਦਾ ਤੁਰਦਾ ਕੋਈ ਪਾਤਰ ਇਤਿਹਾਸ ਵਿੱਚੋਂ ਆਪਣੇ ਆਪ ਕਾਲੀਆਂ ਘਟਾਵਾਂ ਦੇ ਵਿੱਚ ਅਲੋਪ ਹੋ ਗਿਆ ਹੋਵੇ। ਕੇਵਲ ਸਰ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਨੂੰ ਮੋਹਰਾਂ ਦੇ ਉੱਤੇ ਬੜੀ ਜਾਣਕਾਰੀ ਦਿੱਤੀ। ਜੋ ਤੁਸੀਂ ਗੱਲਾਂ ਕੀਤੀਆਂ, ਗੱਲਾਂ ਹੈ ਤੇ ਬੜੀਆਂ ਡੂੰਘੀਆਂ ਨੇ, ਕਿਉਂਕਿ ਪਿਆਰ ਇੱਕ ਐਸੀ ਚੀਜ਼ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਿਤੇ ਰੁਕਦਾ ਨਹੀਂ, ਨਾ ਉਮਰ ਦੇਖਦਾ ਤੇ ਨਾ ਜਗ੍ਹਾ ਦੇਖਦਾ। ਔਰਤ ਦੀ ਪਹਿਚਾਨ ਜਿਹੜੀ ਹੈ ਉਸ ਨੂੰ ਮੁਹੱਬਤ ਨਹੀਂ ਦਿੱਤੀ ਹੈ, ਔਰ ਜਿਸ ਵਕਤ ਮੁਹੱਬਤ ਪ੍ਰਵਾਨ ਹੁੰਦੀ ਹੈ ਉਸ ਵਕਤ ਪੁੱਲ ਮੋਹਰਾਂ ਵੀ ਮੈਨੂੰ ਤਾਜ ਮਹਿਲ ਵਾਂਗੂ ਹੀ ਲੱਗ ਰਿਹਾ ਸੀਗਾ, ਕਿਉਂਕਿ ਉਹ ਵੀ ਸ਼ਾਹਜਹਾਂ ਦੀ ਯਾਦ ਹੀ ਦਿਲਾਉਂਦਾ ਹੈ, ਕਿਉਂਕਿ ਕਿਸੇ ਦੀ ਮੁਹੱਬਤ ਦਾ ਪ੍ਰਤੀਕ ਹੈਗਾ। ਔਰ ਇਹ ਪ੍ਰਤੀਕ ਜਿਸ ਨੂੰ ਬਿਲਕੁਲ ਇਗਨੋਰ ਕੀਤਾ ਜਾ ਰਿਹਾ ਹੈ, ਔਰ ਇਸ ਨੂੰ ਕੰਜਰੀ ਸ਼ਬਦ ਕਹਿ ਦੇਣਾ, ਕੰਜਰੀ ਸ਼ਬਦ ਜਿਹੜਾ ਬੜਾ ਡੈਰੋਗੇਟਰੀ ਹੈ, ਔਰ ਔਰਤ ਦੇ ਲਈ ਇਸ ਸ਼ਬਦ ਦਾ ਇਸਤੇਮਾਲ ਜਿਹੜਾ ਉਹ ਅੱਛਾ ਨਹੀਂ ਹੈ। ਤੇ ਮੈਨੂੰ ਲੱਗਦਾ ਪਿਆ ਇਤਿਹਾਸ ਨੂੰ ਅਗਰ ਅਸੀਂ ਸਿੱਧੇ ਢੰਗ ਨਾਲ ਦੇਖੀਏ, ਚੰਗੇ ਢੰਗ ਨਾਲ ਦੇਖੀਏ, ਤੇ ਸਾਨੂੰ ਕੁਝ ਇਤਿਹਾਸ ਦੀ ਪੁਰਾਣੀ ਗੱਲਾਂ ਨੂੰ ਛੱਡਣਾ ਹੀ ਪਏਗਾ ਔਰ ਚੰਗੇ ਸ਼ਬਦਾਵਲੀ ਨੂੰ ਲਿਆ ਕੇ ਅੱਗੇ ਵਧਣਾ ਪਏਗਾ। ਥੈਂਕ ਯੂ ਸਰ। ਪਿਆਰੇ ਦਰਸ਼ਕੋ, ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਮੁਹੱਬਤ ਦੀ ਦਾਸਤਾਨ ਦਾ ਪੈਗਾਮ ਤੁਹਾਡੇ ਕੋਲ ਲੈ ਕੇ ਆਏ ਸੀ। ਇਸੇ ਤਰ੍ਹਾਂ ਅਗਲੀ ਵਾਰੀ ਫੇਰ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਧੰਨਵਾਦ।